ਕਪੂਰਥਲਾ ਦੇ ਗੁਰਦੁਆਰਾ ਨਿਜ਼ਾਮਪੁਰ ਦੇ ਵਿੱਚ ਬੇਅਦਬੀ ਦੇ ਮੁਲਜ਼ਮ ਨੂੰ ਭੀੜ ਨੇ ਉਤਾਰਿਆ ਮੌਤ ਦੇ ਘਾਟ। ਅੱਜ ਤੜਕੇ ਕੀਤਾ ਗਿਆ ਸੀ ਕਾਬੂ। ਨਿਸ਼ਾਨ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਦਾ ਇਲਜ਼ਾਮ। ਮੁੱਢਲੀ ਜਾਂਚ 'ਚ ਕਪੂਰਥਲਾ ਪੁਲਿਸ ਨੇ ਬੇਅਦਬੀ ਦੀਆਂ ਸੰਭਾਵਨਾਵਾਂ ਨੂੰ ਕੀਤਾ ਖਾਰਜ। ਐਸਐਸਪੀ ਬੋਲੇ ਹੁਣ ਤੱਕ ਦੀ ਤਫਤੀਸ਼ ਚੋਰੀ ਵੱਲ ਕਰ ਰਹੀ ਹੈ ਇਸ਼ਾਰਾ। ਹਰਿਮੰਦਰ ਸਾਹਿਬ ਮਾਮਲੇ 'ਚ ਐਸਆਈਟੀ ਗਠਿਤ। ਪੰਜਾਬ ਸਰਕਾਰ ਨੇ 2 ਦਿਨਾਂ ਦੇ ਵਿੱਚ ਮੰਗੀ ਜਾਂਚ ਰਿਪੋਰਟ। ਪੋਸਟਮਾਰਟਮ ਤੋਂ ਪਹਿਲਾਂ ਸ਼ਨਾਖਤ ਦਾ ਕੀਤਾ ਜਾ ਰਿਹਾ ਇੰਤਜ਼ਾਰ। ਥੋੜੀ ਦੇਰ 'ਚ ਹਰਿਮੰਦਰ ਸਾਹਿਬ ਪਹੁੰਚ ਰਹੇ ਨੇ ਸੀਐਮ ਚਰਨਜੀਤ ਸਿੰਘ ਚੰਨੀ। ਪੂਰੇ ਘਟਨਾਕ੍ਰਮ ਦੀ ਲੈਣਗੇ ਜਾਣਕਾਰੀ। ਮੀਡੀਆ ਦੇ ਨਾਲ ਵੀ ਹੋਣਗੇ ਮੁਖਾਤਿਬ। ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀਆਂ ਤੇ ਐਸਜੀਪੀਸੀ ਨੁਮਾਇੰਦਿਆਂ ਦੇ ਨਾਲ ਕੀਤੀ ਮੀਟਿੰਗ। ਬੋਲੇ ਜੇ ਜਿੰਦਾ ਫੜਿਆ ਜਾਂਦਾ ਮੁਲਜ਼ਮ ਤਾਂ ਹੋ ਸਕਦੇ ਸਨ ਵੱਡੇ ਖੁਲਾਸੇ। ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ 25 ਦਸੰਬਰ ਨੂੰ ਪੰਜੇ ਤਖਤਾਂ ਦੇ ਜਥੇਦਾਰਾਂ ਦੀ ਅਕਾਲ ਤਖਤ ਤੇ ਮੀਟਿੰਗ। ਗਿਆਨੀ ਹਰਪ੍ਰੀਤ ਸਿੰਘ ਬੋਲੇ ਜੇ ਮੁੜ ਹੁੰਦੀ ਹੈ ਅਜਿਹੀ ਘਟਨਾ ਤੇ ਸਰਕਾਰਾਂ ਹੋਣਗੀਆਂ ਜ਼ਿੰਮੇਵਾਰ। ਬੇਅਦਬੀ ਦੀਆਂ ਘਟਨਾਵਾਂ ਦੀ ਆਰਐਸਐਸ ਨੇ ਵੀ ਕੀਤੀ ਨਿਖੇਧੀ। ਕਿਹਾ ਭਾਈਚਾਰਕ ਸਾਂਝ ਤੋੜਨ ਦੀ ਹੋ ਰਹੀ ਹੈ ਸਾਜ਼ਿਸ਼। ਪਲਾਨਰਾਂ ਦੇ ਖਿਲਾਫ ਹੋਣੀ ਚਾਹੀਦੀ ਹੈ ਸਖਤ ਕਾਰਵਾਈ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ 'ਚ ਸਵਾਗਤ ਹੈ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕਪੂਰਥਲਾ ਦੇ ਨਿਜ਼ਾਮਪੁਰ ਦੇ ਵਿੱਚ ਵਾਪਰੀ ਘਟਨਾ ਨੂੰ ਲੈ ਕੇ। ਨਿਜ਼ਾਮਪੁਰ ਘਟਨਾ ਤੇ ਕਪੂਰਥਲਾ ਦੇ ਐਸਐਸਪੀ ਦਾ ਹੁਣ ਵੱਡਾ ਬਿਆਨ ਸਾਹਮਣੇ ਆਇਆ ਹੈ। ਬੇਅਦਬੀ ਦੀ ਕੋਸ਼ਿਸ਼ ਦੀਆਂ ਸੰਭਾਵਨਾਵਾਂ ਨੂੰ ਉਹਨਾਂ ਨੇ ਖਾਰਜ ਕਰ ਦਿੱਤਾ ਹੈ। ਮੁੱਢਲੀ ਜਾਂਚ ਚੋਰੀ ਮਾਮਲੇ ਵੱਲ ਇਸ਼ਾਰਾ ਕਰ ਰਹੀ ਹੈ। ਐਸਐਸਪੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਹੁਣ ਤੱਕ ਜਿਹੜੀ ਮੁੱਢਲੀ ਜਾਂਚ ਕੀਤੀ ਗਈ ਹੈ ਉਹ ਚੋਰੀ ਦੇ ਮਾਮਲੇ ਵੱਲ ਇਸ਼ਾਰਾ ਕਰ ਰਹੀ ਹੈ। ਦਰਅਸਲ ਭੀੜ ਨੇ ਕੁੱਟ-ਕੁੱਟ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਸੀਗਾ। ਹਾਲਾਂਕਿ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਦੇ ਵੱਲੋਂ ਨਿਸ਼ਾਨ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਉਸ ਨੂੰ ਕਾਬੂ ਕਰ ਲਿਆ ਜਾਂਦਾ ਤੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਪਰ ਇਸ ਦੇ ਵਿਚਾਲੇ ਕਪੂਰਥਲਾ ਦੇ ਐਸਐਸਪੀ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ। ਬੇਅਦਬੀ ਦੀ ਕੋਸ਼ਿਸ਼ ਦੀਆਂ ਸੰਭਾਵਨਾਵਾਂ ਨੂੰ ਉਹਨਾਂ ਨੇ ਰੱਦ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਚੋਰੀ ਦੇ ਮਾਮਲੇ ਵੱਲ ਇਸ਼ਾਰਾ ਕਰ ਰਹੀ ਹੈ। ਮਹਾਰਾਜ ਦਾ ਸਰੂਪ ਨਾਲ ਕੋਈ ਛੇੜਖਾਨੀ ਨਹੀਂ ਹੋਈ, ਕੋਈ ਬੇਅਦਬੀ ਨਹੀਂ ਹੋਈ ਕਿਸੇ ਬੁੱਕ ਦੇ ਨਾਲ। ਹਾਂ, ਇਹਨੇ ਤੇਲ ਜਿਹੜਾ ਸੀ ਉਹਨਾਂ ਦਾ ਡੋਲਿਆ ਹੋਇਆ ਸੀ, ਉਹਨਾਂ ਦੀਆਂ ਜੈਕਟਾਂ ਪਾਈਆਂ ਹੋਈਆਂ ਸੀ। ਇਹਨੇ ਜਿੱਦਾਂ ਇਹਨਾਂ ਨੇ ਫੜਿਆ ਉੱਥੋਂ ਚੋਰੀ ਵਾਲਾ ਹੀ ਸੀਨ ਲੱਗ ਰਿਹਾ ਸੀ। ਇੱਕ ਸਰ ਇਹਦੇ ਵਿੱਚ ਇਹ ਵੀ ਪੁਆਇੰਟ ਹੈ ਕਿ ਉਹਨੇ ਗਲੇ ਦੇ ਵਿੱਚ 2 ਆਇਡੈਂਟੀ ਕਾਰਡ ਪਾਏ ਹੋਏ ਸੀ। ਜਿਹੜੇ ਪੁਆਇੰਟ ਗਲੇ 'ਚ ਆਇਡੈਂਟੀ ਕਾਰਡ ਇਹਨਾਂ ਨੇ ਮੌਕੇ ਤੋਂ ਮੀਡੀਆ ਨੂੰ ਦਿਖਾਏ ਆ, ਉਹ ਮੈਂ ਵੀ ਦੇਖੀ ਆ। ਉਹ ਇੱਕ ਲੇਡੀ ਹੈਗੀ ਆ ਜਿਹਦੇ ਘਰੋਂ ਚੋਰੀ ਕੀਤੇ ਸੀਗੇ। ਉਹਦੇ ਬੱਚਿਆਂ ਦੇ ਆਈ ਕਾਰਡ ਸੀਗੇ। ਉਹ ਕਹਿੰਦੇ ਵੀ ਬੱਚੇ ਦੀ ਫੋਟੋ ਲੱਗੀ ਹੋਣ ਕਰਕੇ ਮੈਂ ਸਾੜੇ ਨਹੀਂ, ਜਦ ਕਿ ਬੱਚਿਆਂ ਦੇ ਪੁਰਾਣੇ ਸਕੂਲ ਦੇ ਆਈ ਕਾਰਡ ਸੀਗੇ ਉਹ ਉਸ ਬੰਦੇ ਕੋਲੋਂ ਬਰਾਮਦ ਹੋਏ। ਉਹ ਵੀ ਲੱਗਦਾ ਵੀ ਉਹਨੇ ਚੋਰੀ ਕੀਤੇ ਸੀ। ਸਰ ਇਨੀਸ਼ੀਅਲੀ ਕੁਝ ਦੱਸਣ ਨੇ ਕਿ ਬੋਲਦਾ ਕੀ ਸੀਗਾ, ਹਿੰਦੀ ਬੋਲਦਾ ਸੀ, ਪੰਜਾਬੀ? ਕੁਝ ਵੀ ਨਹੀਂ ਦੱਸਿਆ। ਉਹ ਤੁਹਾਨੂੰ ਖੁਦ ਕਹਿ ਰਿਹਾ ਬੰਦਾ ਜਿਹਨੇ 4 ਘੰਟੇ ਉਹਨੂੰ ਇੰਟਰੋਗੇਟ ਕਰ ਲਿਆ ਅਮਰਜੀਤ ਸਿੰਘ ਨੇ। ਉਹ ਆਪ ਕਹਿ ਰਿਹਾ ਸੀਗਾ ਵੀ ਇਹਨੇ ਕੁਝ ਨਹੀਂ ਦੱਸਿਆ। ਕੁਝ ਰਿਊਮਰਸ ਇਦਾਂ ਦੇ ਕਿ ਉਹਨੇ ਕਿਹਾ ਹੈ ਕਿ ਪਲਾਨਡ ਸੀ, ਬਹੁਤ ਸਾਰੇ ਲੋਕ ਸੀ। ਇਹ ਸਾਰੀਆਂ ਹੀ ਥੀਸ ਆਰ ਰਿਊਮਰਸ। ਮੈਂ ਤੁਹਾਨੂੰ ਫੈਕਟ ਦੱਸ ਰਿਹਾ, ਇਹ ਸਾਰੀਆਂ ਅਫਵਾਹਾਂ ਹੈਗੀਆਂ। ਹੁਣ ਜੋ ਬਣਦੀ ਕਾਰਵਾਈ ਹੈਗੀ ਉਹਦੇ ਮੁਤਾਬਕ ਕਾਰਵਾਈ ਕਰਾਂਗੇ। ਇਹ ਬੰਦਾ ਕੌਣ ਸੀ, ਕਿਉਂਕਿ ਹਜੇ ਤੱਕ ਪਰਦੇ ਦੇ ਪਿੱਛੇ ਹੈ। ਤੁਸੀਂ ਇਹਦੀ ਆਇਡੈਂਟੀਫਿਕੇਸ਼ਨ ਨਾ ਤਾਂ ਸਾਡੇ ਕੋਲ ਇਹਦੇ ਲਈ ਅਸੀਂ ਫੋਰੈਂਸਿਕ ਸਾਰਾ ਕੰਮ ਕਰਾਂਗੇ। ਅਸੀਂ ਇਹਦੇ ਜਿਹੜਾ ਡੀਐਨਏ ਸੈਂਪਲਸ ਹੈਗੇ ਉਹ ਪ੍ਰੋਕਿਉਰ ਕੀਤੇ ਜਾਣਗੇ। ਉਹਦੇ ਜਿਹੜੇ ਫਿੰਗਰਪ੍ਰਿੰਟਸ ਲਏ ਜਾਣਗੇ। ਉਹਦੇ ਵਾਲ ਹੈਗੇ ਆ ਬਾਡੀ ਦੇ ਉੱਪਰ। ਅੱਜ ਨਹੀਂ ਤੇ ਕੱਲ ਇਹ ਸਾਰੀਆਂ ਗੱਲਾਂ ਸਟੈਬਲਿਸ਼ ਹੋ ਜਾਣਗੀਆਂ। ਇਹਦਾ ਸਰ ਹੁਣ ਕਿੰਨੇ ਦਿਨਾਂ ਦੇ ਵਾਸਤੇ ਨੂੰ ਤੁਸੀਂ ਰੱਖੋਗੇ ਆਇਡੈਂਟੀਟੀ ਦੇ ਵਾਸਤੇ ਬੋਡੀ ਨੂੰ? ਜੋ ਵੀ ਪ੍ਰੋਸੀਜਰ ਹੈਗਾ ਜੀ ਉਹ ਪੂਰਾ ਅਡਾਪਟ ਕਰਾਂਗੇ। ਇੱਕ ਸਰ ਲਾਸਟ ਦੱਸ ਦਿਓ ਕਿ ਇਹਦੇ ਕਿੱਥੇ ਕਿੱਥੇ ਜ਼ਖਮ ਹੋਏ ਨੇ, ਕਿੱਥੇ ਕਿੱਥੇ ਦੇ? ਇਹਦੇ ਸਿਰ ਦੇ ਵਿੱਚ ਸ਼ਾਰਪ ਇੰਜਰੀਜ਼ ਹੈਗੀਆਂ। ਬਾਡੀ ਦੇ ਵਿੱਚ ਵੀ ਕਾਫੀ ਇੰਜਰੀਜ਼ ਹੈਗੀਆਂ। ਬਾਡੀ ਇਨਕੰਪਲੀਟ ਹੈ ਕਿ ਬਾਡੀ ਪੂਰੀ ਕੰਪਲੀਟ ਹੈ ਜੀ। ਕੋਈ ਹਵਾਈ ਫਾਇਰ ਵੀ ਉੱਥੇ ਹੋਏ ਜੀ ਮੌਕੇ ਤੇ? ਇਹ ਪਾਰਟ ਆਫ ਇਨਵੈਸਟੀਗੇਸ਼ਨ। ਠੀਕ ਹੈ ਜੀ। ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਮੇਰੇ ਸਹਿਯੋਗੀ ਜਗਜੀਤ ਤੰਜੂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜਗਜੀਤ, ਕਪੂਰਥਲਾ ਦੇ ਐਸਐਸਪੀ ਨੇ ਬੇਅਦਬੀ ਦੀ ਕੋਸ਼ਿਸ਼ ਦੀਆਂ ਸੰਭਾਵਨਾਵਾਂ ਨੂੰ ਰੱਦ ਕਰ ਦਿੱਤਾ ਹੈ। ਉਹ ਤਾਂ ਇਹ ਕਹਿ ਰਹੇ ਨੇ ਕਿ ਚੋਰੀ ਦੇ ਮਾਮਲੇ ਵੱਲ ਇਹ ਪੂਰੀ ਮੁੱਢਲੀ ਜਾਂਚ ਜਿਹੜੀ ਹੈ ਇਸ਼ਾਰਾ ਕਰ ਰਹੀ ਹੈ। ਬਿਲਕੁਲ ਜੀ, ਕੁਝ ਸਮਾਂ ਪਹਿਲਾਂ ਜਿਹੜਾ ਐਸਐਸਪੀ ਵੱਲੋਂ ਬਿਆਨ ਦਿੱਤਾ ਗਿਆ, ਉਹ ਕੁਝ ਸਮੇਂ ਬਾਅਦ ਜਿਹੜੀ ਜਾਣਕਾਰੀ ਆਈ ਹੈ ਕਿ ਇੱਥੇ ਆਈਜੀ ਜਿਹੜੇ ਜਨਰਲ ਨੇ ਉਹ ਵੀ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ। ਲੇਕਿਨ ਉਸ ਤੋਂ ਪਹਿਲਾਂ ਜਿਹੜਾ ਐਸਐਸਪੀ ਦਾ ਬਿਆਨ ਆਇਆ ਹੈ ਕਿ ਇਹ ਮਾਮਲਾ ਚੋਰੀ ਨਾਲ ਜੁੜਿਆ ਹੋਇਆ। ਲੇਕਿਨ ਇਹਦੇ ਵਿੱਚ ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਜਦੋਂ ਅਗਰ ਇਹ ਚੋਰੀ ਦਾ ਮਾਮਲਾ ਸੀ ਤਾਂ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਵਿਅਕਤੀ ਦਾ ਸੌਦਾ ਲਗਾਇਆ ਜਾ ਰਿਹਾ ਸੀ, ਉਹਦਾ
ਉਸ ਨੂੰ ਮਾਰਿਆ ਜਾ ਰਿਹਾ ਸੀ ਤਾਂ ਉਸ ਸਮੇਂ ਪੁਲਿਸ ਮੌਕੇ ਤੇ ਮੌਜੂਦ ਸੀ ਤਾਂ ਕਿਉਂ ਨਹੀਂ ਪੁਲਿਸ ਵੱਲੋਂ ਉਸ ਨੂੰ ਰੋਕਿਆ ਗਿਆ, ਲੋਕਾਂ ਨੂੰ ਰੋਕਿਆ ਗਿਆ ਅਗਰ ਇਹ ਮਾਮਲਾ ਅਜਿਹਾ ਸੀ ਤਾਂ। ਲੇਕਿਨ ਹੁਣ ਜਿਹੜਾ ਐਸਐਸਪੀ ਦਾ ਬਿਆਨ ਆ ਚੁੱਕਿਆ ਹੈ ਕਿ ਮਾਮਲਾ ਜਿਹੜਾ ਚੋਰੀ ਦਾ ਹੈ ਤਾਂ ਇਸ ਤੋਂ ਬਾਅਦ ਜਿਹੜਾ ਦੂਸਰਾ ਕੁਝ ਸਮੇਂ ਬਾਅਦ ਜਿਹੜੇ ਆਈਜੀ ਜਲੰਧਰ ਨੇ ਉਹ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ। ਉਹ ਕੀ ਪੂਰੇ ਮਾਮਲੇ ਵਿੱਚ ਜਾਣਕਾਰੀ ਦਿੰਦੇ ਨੇ ਔਰ ਐਸਐਸਪੀ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਜਿਨ੍ਹਾਂ ਲੋਕਾਂ ਨੇ ਕਾਨੂੰਨ ਨੂੰ ਹੱਥ ਲਿਆ ਹੋਵੇ ਤਾਂ ਉਹਦੇ ਵਿੱਚ ਜਿਹੜੀ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ। ਜਗਜੀਤ, ਐਸਐਸਪੀ ਲਈ ਵੀ ਕਿਹਾ ਜਾ ਰਿਹਾ ਹੈ ਕਿ ਮੁਲਜ਼ਮ ਦੇ ਫਿੰਗਰਪ੍ਰਿੰਟਸ ਲਏ ਜਾਣਗੇ, ਡੀਐਨਏ ਲਿਆ ਜਾਵੇਗਾ, ਜਿਸ ਤੋਂ ਬਾਅਦ ਅਗਲੀ ਜਾਂਚ ਕੀਤੀ ਜਾਵੇਗੀ। ਹੁਣ ਅਗਲੀ ਪ੍ਰਕਿਰਿਆ ਕੀ ਰਹਿਣ ਵਾਲੀ ਹੈ? ਬਿਲਕੁਲ ਪਰਮਿੰਦਰ, ਜੇ ਗੱਲ ਕੀਤੀ ਜਾਵੇ ਤਾਂ ਅਜੇ ਤੱਕ ਉਸ ਵਿਅਕਤੀ ਦੀ ਜਿਹੜੀ ਸ਼ਨਾਖਤ ਆ ਤੇ ਪੂਰੀ ਮਨਸ਼ਾ ਜਿਹੜੀ ਹੈ, ਕਿਉਂਕਿ ਐਸਐਸਪੀ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹਨਾਂ ਵੱਲੋਂ ਪਹਿਲਾਂ ਕਿਸੇ ਦੇ ਘਰ ਦੇ ਵਿੱਚ ਜੋ ਆਈ ਕਾਰਡ ਜਿਹੜੇ ਆ ਉਹ ਵੀ ਚੋਰੀ ਕੀਤੇ ਗਏ ਸੀਗੇ। ਚੋਰੀ ਦੀ ਮਨਸ਼ਾ ਦੇ ਨਾਲ ਹੀ ਉਹ ਵਿਅਕਤੀ ਇੱਥੇ ਵੀ ਦਾਖਲ ਹੋਇਆ ਸੀਗਾ। ਹੁਣ ਕੁਝ ਸਮੇਂ ਬਾਅਦ ਜਿਹੜੇ ਆਈਜੀ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਣੀ ਉਹਦੇ ਵਿੱਚ ਜਿਹੜਾ ਪੂਰਾ ਮਾਮਲਾ ਜਿਹੜਾ ਸਾਫ਼ ਹੋਵੇਗਾ ਜੀ। ਠੀਕ ਹੈ ਜਗਜੀਤ, ਫਿਲਹਾਲ ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਦਰਅਸਲ ਨਿਜ਼ਾਮਪੁਰ ਘਟਨਾ ਨੂੰ ਲੈ ਕੇ ਹੁਣ ਕਪੂਰਥਲਾ ਦੇ ਐਸਐਸਪੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਬੇਅਦਬੀ ਦੀ ਕੋਸ਼ਿਸ਼ ਦੀਆਂ ਸੰਭਾਵਨਾਵਾਂ ਉਹਨਾਂ ਨੇ ਰੱਦ ਕਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਚੋਰੀ ਦੇ ਮਾਮਲੇ ਵੱਲ ਇਸ਼ਾਰਾ ਕਰ ਰਹੀ ਹੈ। ਉੱਥੇ ਮੁਲਜ਼ਮ ਦੀ ਪਹਿਚਾਣ ਵੀ ਕੀਤੀ ਜਾ ਰਹੀ ਹੈ। ਐਸਐਸਪੀ ਦਾ ਕਹਿਣਾ ਹੈ ਕਿ ਡੀਐਨਏ ਲਿਆ ਜਾਵੇਗਾ, ਫਿੰਗਰਪ੍ਰਿੰਟਸ ਲਏ ਜਾਣਗੇ, ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਆਖਿਰਕਾਰ ਮੁਲਜ਼ਮ ਹੈ ਕੌਣ ਤੇ ਕਿੱਥੋਂ ਆਇਆ ਸੀ। ਤੇ ਮਹਾਰਾਜ ਦਾ ਸਰੂਪ ਨਾਲ ਕੋਈ ਛੇੜਖਾਨੀ ਨਹੀਂ ਹੋਈ, ਕੋਈ ਬੇਅਦਬੀ ਨਹੀਂ ਹੋਈ ਕਿਸੇ ਬੁੱਕ ਦੇ ਨਾਲ। ਹਾਂ, ਇਹਨੇ ਤੇਲ ਜਿਹੜਾ ਸੀ ਉਹਨਾਂ ਦਾ ਡੋਲਿਆ ਹੋਇਆ ਸੀ, ਉਹਨਾਂ ਦੀਆਂ ਜੈਕਟਾਂ ਪਾਈਆਂ ਹੋਈਆਂ ਸੀ। ਇਹਨੇ ਜਿੱਦਾਂ ਇਹਨਾਂ ਨੇ ਫੜਿਆ ਉੱਥੋਂ ਚੋਰੀ ਵਾਲਾ ਹੀ ਸੀਨ ਲੱਗ ਰਿਹਾ ਸੀ। ਇੱਕ ਸਰ ਇਹਦੇ ਵਿੱਚ ਇਹ ਵੀ ਪੁਆਇੰਟ ਹੈ ਕਿ ਉਹਨੇ ਗਲੇ ਦੇ ਵਿੱਚ 2 ਆਇਡੈਂਟੀ ਕਾਰਡ ਪਾਏ ਹੋਏ ਸੀ। ਜਿਹੜੇ ਪੁਆਇੰਟ ਗਲੇ 'ਚ ਆਇਡੈਂਟੀ ਕਾਰਡ ਇਹਨਾਂ ਨੇ ਮੌਕੇ ਤੋਂ ਮੀਡੀਆ ਨੂੰ ਦਿਖਾਏ ਆ, ਉਹ ਮੈਂ ਵੀ ਦੇਖੀ ਆ। ਉਹ ਇੱਕ ਲੇਡੀ ਹੈਗੀ ਆ ਜਿਹਦੇ ਘਰੋਂ ਚੋਰੀ ਕੀਤੇ ਸੀਗੇ। ਉਹਦੇ ਬੱਚਿਆਂ ਦੇ ਆਈ ਕਾਰਡ ਸੀਗੇ। ਉਹ ਕਹਿੰਦੇ ਵੀ ਬੱਚੇ ਦੀ ਫੋਟੋ ਲੱਗੀ ਹੋਣ ਕਰਕੇ ਮੈਂ ਸਾੜੇ ਨਹੀਂ, ਜਦ ਕਿ ਬੱਚਿਆਂ ਦੇ ਪੁਰਾਣੇ ਸਕੂਲ ਦੇ ਆਈ ਕਾਰਡ ਸੀਗੇ ਉਹ ਉਸ ਬੰਦੇ ਕੋਲੋਂ ਬਰਾਮਦ ਹੋਏ। ਉਹ ਵੀ ਲੱਗਦਾ ਵੀ ਉਹਨੇ ਚੋਰੀ ਕੀਤੇ ਸੀ। ਸਰ ਇਨੀਸ਼ੀਅਲੀ ਕੁਝ ਦੱਸਣ ਨੇ ਕਿ ਬੋਲਦਾ ਕੀ ਸੀਗਾ, ਹਿੰਦੀ ਬੋਲਦਾ ਸੀ, ਪੰਜਾਬੀ? ਕੁਛ ਵੀ ਨਹੀਂ ਦੱਸਿਆ। ਉਹ ਤੁਹਾਨੂੰ ਖੁਦ ਕਹਿ ਰਿਹਾ ਬੰਦਾ ਜਿਹਨੇ 4 ਘੰਟੇ ਉਹਨੂੰ ਇੰਟਰੋਗੇਟ ਕਰ ਲਿਆ ਅਮਰਜੀਤ ਸਿੰਘ ਨੇ, ਉਹ ਆਪ ਕਹਿ ਰਿਹਾ ਸੀਗਾ ਵੀ ਇਹਨੇ ਕੁਛ ਨਹੀਂ ਦੱਸਿਆ। ਕੁਝ ਰਿਊਮਰਸ ਇਦਾਂ ਦੇ ਕਿ ਉਹਨੇ ਕਿਹਾ ਹੈ ਕਿ ਪਲਾਨਡ ਸੀ, ਬਹੁਤ ਸਾਰੇ ਲੋਕ ਸੀ। ਇਹ ਸਾਰੀਆਂ ਹੀ ਥੀਸ ਆਰ ਰਿਊਮਰਸ। ਮੈਂ ਤੁਹਾਨੂੰ ਫੈਕਟ ਦੱਸ ਰਿਹਾ, ਇਹ ਸਾਰੀਆਂ ਅਫਵਾਹਾਂ ਹੈਗੀਆਂ। ਹੁਣ ਜੋ ਬਣਦੀ ਕਾਰਵਾਈ ਹੈਗੀ ਉਹਦੇ ਮੁਤਾਬਕ ਕਾਰਵਾਈ ਕਰਾਂਗੇ। ਇਹ ਬੰਦਾ ਕੌਣ ਸੀ, ਕਿਉਂਕਿ ਹਜੇ ਤੱਕ ਪਰਦੇ ਦੇ ਪਿੱਛੇ ਹੈ। ਤੁਸੀਂ ਇਹਦੀ ਆਇਡੈਂਟੀਫਿਕੇਸ਼ਨ ਨਾ ਤਾਂ ਸਾਡੇ ਕੋਲ ਇਹਦੇ ਲਈ ਅਸੀਂ ਫੋਰੈਂਸਿਕ ਸਾਰਾ ਕੰਮ ਕਰਾਂਗੇ। ਅਸੀਂ ਇਹਦੇ ਜਿਹੜਾ ਡੀਐਨ ਹੁਣ ਤੁਹਾਨੂੰ ਸਿੱਧਾ ਲੈ ਚੱਲਦੇ ਹਾਂ ਚੰਡੀਗੜ੍ਹ ਦੇ ਸੈਕਟਰ 43 ਦੇ ਵਿੱਚ ਆਮ ਆਦਮੀ ਪਾਰਟੀ ਰੈਲੀ ਕੀਤੀ ਜਾ ਰਹੀ ਹੈ। ਇਸ ਵੇਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸੰਬੋਧਨ कर रहे हैं। आज मैं आपको 5 वादे करके जा रहा हूं, 5 वादे करके जा रहा हूं। अगर चंडीगढ़ नगर निगम में आम आदमी पार्टी की सरकार बनती है तो सबसे पहले भ्रष्टाचार खत्म करेंगे। ये जो सारा पैसा बीजेपी वाले, कांग्रेस वाले, इनके पार्षद सारा पैसा खा जाते हैं, ये चोरी बंद होगी। सारा पैसा जनता के ऊपर खर्च किया जाएगा। दूसरा, जब भी आप नगर निगम में काम कराने जाते हो, कोई भी काम बिना पैसे के नहीं होता। गलत तो नहीं कह रहा? हर काम कराने के पैसे देने पड़ते हैं। नगर निगम में काम कराने जाते हो, छुट्टी लेते हो दफ्तर से, लंबी लंबी लाइनें लगती हैं, चाहे किसी किस्म का काम कराना हो। अब आपको काम कराने के लिए नगर निगम जाने की जरूरत नहीं है। नगर निगम के कर्मचारी आपके घर आके काम करके जाएंगे आपका। ये दिल्ली में हमने करके दिखाया, दिल्ली में लागू हो चुका है। दिल्ली में किसी को राशन कार्ड बनवाना हो, किसी को बिजली का कनेक्शन लेना हो, किसी को पानी का कनेक्शन लेना हो, किसी को लाइसेंस लेना हो, कुछ भी काम दिल्ली में कराना हो, आपको दिल्ली सरकार के दफ्तर नहीं जाना होता। हमने दिल्ली में एक नंबर दे दिया 1076। किसी को दिल्ली सरकार से काम कराना होता है, उस नंबर पे फोन करता है, वहां पे बताता है जी मेरे को सरकार से राशन कार्ड बनवाना है, पानी का कनेक्शन लेना है, बिजली का
जो काम कराना है वो बताता है। तो दूसरी तरफ से पूछते हैं, भाई साहब आपके घर कितने बजे आए आपका काम करने के लिए? फिर वो टाइम बताता है। वो ये भी कह सकता है जी मैं रात को दफ्तर से लेट आता हूं, 10 बजे आना रात को। रात को 10 बजे दिल्ली सरकार से एक कर्मचारी उसके घर उसका काम करने के लिए जाता है। अब किसी को, अब धीरे धीरे एक एक करके हम दिल्ली सरकार के दफ्तर बंद करते जा रहे हैं। दिल्ली में अब सरकारी दफ्तरों की जरूरत नहीं है, अब सरकार हर एक के घर जाके उसका काम करके आती है। आपको लाइनों में खड़े होने की जरूरत नहीं है, दफ्तर से छुट्टी लेने की जरूरत नहीं है, दलालों के चक्कर काटने की जरूरत नहीं है, रिश्वत देने की जरूरत नहीं है। दिल्ली सरकार का कर्मचारी आपके घर आके काम करता है, ऐसे ही अब चंडीगढ़ नगर निगम का कर्मचारी आपके घर आके आपका काम करके जाएगा। होना चाहिए नहीं होना चाहिए? दोनों हाथ खड़े करके बताओ, होना चाहिए। तो पहला वादा ये, भ्रष्टाचार खत्म करेंगे, सरकार को नगर निगम को आपके घर भेजेंगे। दूसरा वादा, ये जो डड्डू माजरा में कूड़े के पहाड़ लग गए, ये पहाड़ खत्म किए जाएंगे। अब कोई कूड़ा नहीं होगा पूरे चंडीगढ़ के अंदर। ये बीजेपी वालों ने दिल्ली में भी कूड़े के बहुत बड़े बड़े पहाड़ बना रखे हैं। दिल्ली का नगर निगम भी बीजेपी के पास है, लेकिन अभी अप्रैल में चुनाव होने वाले हैं। दिल्ली का नगर निगम भी आम आदमी पार्टी के पास आएगा, तो चंडीगढ़ के पहाड़ भी खत्म करेंगे और दिल्ली के पहाड़ भी खत्म करेंगे, दोनों के कूड़े के पहाड़ खत्म करेंगे। और दिल्ली, चंडीगढ़ को वापस सबसे सुंदर शहर बनाना है, एशिया का सबसे सुंदर शहर बनाना है। बनाना है नहीं बनाना है? चंडीगढ़ की साफ सफाई करेंगे। नंबर 3, पानी के बहुत भारी भारी बिल आ रहे हैं, मेरे को बताया गया पानी के बिल आ रहे हैं बहुत ज्यादा। दिल्ली में हमने पानी फ्री कर दिया, दिल्ली में पानी फ्री कर दिया, पानी का बिल 0 आता है। यकीन नहीं होता तो फोन करके पूछ लेना रिश्तेदारों से, दिल्ली में किसी भी रिश्तेदार से फोन करके पूछ लेना, दिल्ली में बिजली का बिल भी 0 आता है, पानी का बिल भी 0 आता है। चंडीगढ़ में भी पानी का बिल 0 होना चाहिए नहीं होना चाहिए? पानी का बिल 0 करेंगे। चौथी चीज, आपकी सोसाइटियों में नगर निगम काम नहीं कर सकता। अब नगर निगम के द्वारा जितनी भी हाउसिंग सोसाइटी है चंडीगढ़ के अंदर, उनके अंदर का सारा विकास का काम नगर निगम किया करेगा। सड़कें बनाने का काम, रख रखाव का काम, सफाई का काम सोसाइटियों के अंदर भी अब नगर निगम किया करेगा। और 5वां काम, महिलाओं की सुरक्षा के लिए पूरे चंडीगढ़ में खूब सारे सीसीटीवी कैमरे लगाए जाएंगे, स्ट्रीट लाइट्स लगाई जाएंगी। दिल्ली के अंदर हमने इतने सीसीटीवी कैमरे लगा दिए, न्यूयॉर्क में और लंदन में जितने सीसीटीवी कैमरे हैं उससे दुगने कैमरे आज दिल्ली के अंदर हैं। आम आदमी पार्टी युवाओं की पार्टी है, सबसे ज्यादा टिकटें हमने युवाओं को दी है। हमारी आधी से ज्यादा टिकटें जो हैं हमारे कैंडिडेट्स 40 साल से कम उम्र के हैं। मैं चंडीगढ़ के सारे युवाओं से कहना चाहता हूं, ये आपकी पार्टी है, आप आओ, आगे आओ, इस पार्टी से जुड़ो, पार्टी के मेंबर बनो और चंडीगढ़ की बागडोर अब युवाओं को संभालनी है। 13 साल आप लोगों ने बीजेपी को दे दिए, 12 साल आप लोगों ने कांग्रेस को दे दिए, 5 साल हमको भी दे दो, कोई फर्क तो नहीं पड़ता। और आज चंडीगढ़ में मेयर किस पार्टी का है? बीजेपी का। एमपी किस पार्टी का है? गवर्नर किस पार्टी का है? केंद्र सरकार किस पार्टी की है? ऊपर से नीचे तक सारे इंजन ही इंजन लगे पड़े हैं बीजेपी के। एमपी भी इनका, मेयर भी इनका, गवर्नर भी इनका, केंद्र सरकार भी इनकी, फिर भी इनसे कुछ नहीं हुआ तो इनसे नहीं होने वाला। इनके बस की बात ना है, इनके बस की बात नहीं है। दिल्ली में केवल दिल्ली सरकार हमारी है, ऊपर भी बीजेपी, नीचे भी बीजेपी।
नीचे से भी तंग करते हैं, ऊपर से भी तंग करते हैं। इनको काबू में करना तो हमको ही आता है। तो चंडीगढ़ में आम आदमी पार्टी की सरकार बनाओ। नगर निगम में आजकल एक बड़ी तेज अफवाह चल रही है। अफवाह है, मेरे को नहीं पता सच है कि झूठ है। हो सकता है झूठ भी हो सकता है सच भी हो। बड़ी तेज अफवाह ये चल रही है कि थोड़े दिन में केंद्र सरकार चंडीगढ़ को पंजाब को सौंपने जा रही है। ऐसी बड़ी स्ट्रांग अफवाह चल रही है। अगर ऐसा होता है तो पंजाब में तो भाई देखो आम आदमी पार्टी की सरकार बनने जा रही है। तो फिर वोट चंडीगढ़ में भी आम आदमी पार्टी को ही दे देना। यहां पे बीजेपी को वोट देने से तो कोई काम आएगा नहीं। ऊपर आम आदमी पार्टी की सरकार होगी पंजाब में, तो सारे जने मिलके आम आदमी पार्टी की चंडीगढ़ में सरकार बनाओ। जैसे दिल्ली के अंदर इतना काम करा, ऐसे ही चंडीगढ़ को वापस मिलके सब लोग सिटी ब्यूटीफुल बनाएंगे, खूबसूरत शहर बनाएंगे, चंडीगढ़ के लोगों का सपना का शहर बनाएंगे। बहुत बहुत शुक्रिया। ਸੋ ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ। ਅਰਵਿੰਦ ਕੇਜਰੀਵਾਲ ਦੇ ਚੰਡੀਗੜ੍ਹ ਦੇ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਚੰਡੀਗੜ੍ਹ ਵਾਸੀਆਂ ਦੇ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ ਨੇ। ਫਿਲਹਾਲ ਰੋਕ ਰਹੇ ਛੋਟੀ ਜਿਹੀ ਬ੍ਰੇਕ ਲਈ, ਜਲਦ ਹਾਜ਼ਰ ਹੋਣੇ ਇਸ ਬ੍ਰੇਕ ਤੋਂ ਬਾਅਦ।